ਲਓ ਜੀ, ਪੇਸ਼ ਹੈ ਜਲੰਧਰ ਬਾਈਪਾਸ ਦੀ ਬਹੁਤ ਹੀ ਖੂਬਸੂਰਤ ਅਤੇ ਦਿਲਚਸਪ ਕਹਾਣੀ ਬਰਸਾਤ। ਕਹਾਣੀ ਥੋੜੀ ਲੰਬੀ ਹੈ। ਅਗਰ ਇੱਕ ਵਾਰ ਦੇ ਵਿੱਚ ਇਸ ਨੂੰ ਬੋਲਿਆ ਗਿਆ, ਵੀਡੀਓ ਬਣਾਈ ਗਈ, ਤਾਂ ਇਹ ਥੋੜੀ ਲੰਬੀ ਹੋ ਜਾਵੇਗੀ। ਇਸ ਕਰਕੇ ਇਸ ਨੂੰ ਕੁਝ ਭਾਗਾਂ ਦੇ ਵਿੱਚ ਵੰਡ ਕੇ ਆਪ ਜੀ ਦੇ ਸਾਹਮਣੇ ਪੇਸ਼ ਕਰਨ ਲੱਗੇ ਹਾਂ। ਤੋ ਬਿਨਾਂ ਸਮਾਂ ਗਵਾਏ ਅਸੀਂ ਸ਼ੁਰੂ ਕਰਨ ਲੱਗੇ ਹਾਂ ਜਲੰਧਰ ਬਾਈਪਾਸ ਦੀ ਕਹਾਣੀ ਬਰਸਾਤ। ਇਹ ਕਹਾਣੀ ਉਹਨਾਂ ਸਮਿਆਂ ਦੀ ਹੈ ਜਦੋਂ ਅਜੇ ਪੰਜਾਬ ਵਿੱਚ ਮੋਬਾਈਲ ਫੋਨ ਦੀ ਵਰਤੋਂ ਆਮ ਨਹੀਂ ਸੀ ਹੋਈ। ਸੜਕਾਂ ਤੇ ਟੈਕਸੀ ਵਜੋਂ ਮਾਰੂਤੀ ਵੈਨ ਅਤੇ ਮੈਟਾਡੋਰ ਦਾ ਜ਼ਮਾਨਾ ਸੀ। ਕਿਤੇ ਕਿਤੇ ਮਾਰੂਤੀ ਵੈਨ ਦੀ ਜਗ੍ਹਾ ਟਾਟਾ ਸੂਮੋ ਗੱਡੀਆਂ ਨੇ ਲੈਣੀ ਸ਼ੁਰੂ ਕਰ ਦਿੱਤੀ ਸੀ। ਅੰਮ੍ਰਿਤਸਰ ਹਵਾਈ ਅੱਡੇ ਤੋਂ ਉਦੋਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਨਹੀਂ ਹੋਈਆਂ ਸਨ, ਸਿਰਫ ਘਰੇਲੂ ਉਡਾਨਾਂ ਹੀ ਚੱਲਦੀਆਂ ਸਨ। ਦਿਲਰਾਜ ਪੰਜਾਬ ਦੇ ਸਭ ਤੋਂ ਖੁਸ਼ਹਾਲ ਇਲਾਕੇ ਦੁਆਬਾ ਨਾਲ ਸੰਬੰਧ ਰੱਖਦਾ ਸੀ। ਉਹ ਇੱਕ ਛੋਟੇ ਜਿਹੇ ਪਿੰਡ ਮਹਿਰਮਪੁਰ ਦੇ ਕਿਸਾਨ ਜਗਤਾਰ ਸਿੰਘ ਦਾ ਬਹੁਤ ਹੀ ਮਿਹਨਤੀ ਪੁੱਤਰ ਸੀ। ਉਹ ਕੁੱਲ 7 ਭੈਣ ਭਰਾ ਸਨ ਅਤੇ ਦਿਲਰਾਜ ਸਭ ਤੋਂ ਛੋਟਾ ਸੀ। 2 ਭੈਣਾਂ ਤੇ 3 ਭਰਾ ਵਿਆਹੇ ਹੋਏ ਸਨ। 6ਵੇਂ ਨੰਬਰ ਵਾਲਾ ਵਿਦੇਸ਼ ਗਿਆ ਹੋਇਆ ਸੀ। ਵੱਡੇ 2 ਭਰਾ ਖੇਤੀ ਕਰਦੇ ਸਨ, ਪਰ ਜ਼ਮੀਨ ਥੋੜੀ ਹੋਣ ਕਰਕੇ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਚੱਲਦਾ ਸੀ। ਵੱਡੇ ਪਰਿਵਾਰਾਂ ਵਿੱਚ ਆਰਥਿਕ ਤੰਗੀ ਦਾ ਹੋਣਾ ਅਤੇ ਆਰਥਿਕ ਤੰਗੀ ਕਰਕੇ ਘਰ ਵਿੱਚ ਕਲੇਸ਼ ਹੋਣਾ ਸੁਭਾਵਿਕ ਹੀ ਹੈ। ਦਿਲਰਾਜ ਛੋਟਾ ਸੀ ਅਤੇ ਛੋਟਾ ਹੋਣ ਕਰਕੇ ਮਾਪਿਆਂ ਦਾ ਲਾਡਲਾ ਵੀ ਸੀ। ਘਰ ਵਿੱਚ ਸਾਰੇ ਉਸ ਨੂੰ ਰਾਜਾ ਕਹਿ ਕੇ ਬੁਲਾਉਂਦੇ ਸਨ। ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ 10ਵੀਂ ਤੱਕ ਉਹ ਨਾਲ ਦੇ ਪਿੰਡ ਪੈਦਲ ਚੱਲ ਕੇ ਪੜ੍ਹਨ ਜਾਂਦਾ ਰਿਹਾ। ਉਹ ਕਦੀ ਵਿਹਲਾ ਨਾ ਬਹਿੰਦਾ। ਘਰ ਪਿਤਾ ਨਾਲ ਕੰਮ ਵਿੱਚ ਹੱਥ ਵਟਾਉਂਦਾ ਅਤੇ ਸ਼ਾਮ ਨੂੰ ਗਰਾਊਂਡ ਵਿੱਚ ਰੋਜ਼ ਫੁੱਟਬਾਲ ਖੇਡਦਾ। ਜਿਵੇਂ ਜਿਵੇਂ ਉਹ ਗੱਭਰੂ ਹੋ ਰਿਹਾ ਸੀ, ਉਹ ਦੇਖਣ ਨੂੰ ਬਹੁਤ ਹੀ ਸੋਹਣਾ ਅਤੇ ਆਕਰਸ਼ਿਤ ਹੋ ਰਿਹਾ ਸੀ। ਆਪਣੇ ਬਾਹਰ ਵਿਦੇਸ਼ ਗਏ ਭਰਾ ਦੇ ਨਾਲ ਦੇ ਪਿੰਡ ਦੇ ਦੋਸਤ ਕੋਲ ਉਹ ਗੱਡੀ ਸਿੱਖਣ ਲੱਗ ਪਿਆ। ਮਾਰੂਤੀ ਵੈਨ ਸੀ ਜੋ ਉਸ ਨੇ ਕੁਝ ਮਹੀਨਿਆਂ ਵਿੱਚ ਹੀ ਸਿੱਖ ਲਈ। ਭਰਾ ਨੇ ਕੁਝ ਪੈਸਿਆਂ ਦਾ ਵਿਦੇਸ਼ ਤੋਂ ਇੰਤਜ਼ਾਮ ਕਰਕੇ ਉਸ ਨੂੰ ਇੱਕ ਚੱਲਦੀ ਫਿਰਦੀ ਵੈਨ ਲੈ ਦਿੱਤੀ। ਹੁਣ ਉਹ ਰੋਜ਼ਾਨਾ ਟੈਕਸੀ ਸਟੈਂਡ ਤੇ ਗੱਡੀ ਲੈ ਜਾਂਦਾ ਅਤੇ ਜੋ ਵੀ ਸਵਾਰੀਆਂ ਇੱਧਰ ਉੱਧਰ ਜਾਂ ਦੂਰ ਨੇੜੇ ਦੀਆਂ ਮਿਲਦੀਆਂ, ਕਮਾਈਆਂ ਤਾਂ ਕਰਦਾ ਸੀ, ਨਾਲ ਹੀ ਆਪਣੇ ਮਿੱਠ ਬੋਲੜੇ ਸੁਭਾਅ ਕਰਕੇ ਅਗਲੇ ਦੇ ਦਿਲੋਂ ਦਿਮਾਗ ਤੇ ਘਰ ਕਰ ਜਾਂਦਾ। ਜੋ ਇੱਕ ਵਾਰ ਉਸ ਦੀ ਗੱਡੀ ਵਿੱਚ ਸਫ਼ਰ ਕਰ ਲੈਂਦਾ, ਹਮੇਸ਼ਾ ਉਸੇ ਦੀ ਹੀ ਗੱਡੀ ਭਾਲਦਾ ਦਿਖਾਈ ਦਿੰਦਾ। ਇਸ ਕਰਕੇ ਉਸ ਨੇ ਥੋੜ੍ਹੇ ਹੀ ਸਮੇਂ ਵਿੱਚ ਆਪਣੇ ਕਾਰੋਬਾਰ ਅਤੇ ਜਾਣ ਪਛਾਣ ਦਾ ਘੇਰਾ ਬਹੁਤ ਵਿਸ਼ਾਲ ਬਣਾ ਲਿਆ। ਰਾਤ ਦਿਨ ਸਖਤ ਮਿਹਨਤ ਨਾਲ ਵੈਨ ਵੇਚ ਕੇ ਇੱਕ ਚੰਗੀ ਹਾਲਤ ਦੀ ਸੁਮੋ ਗੱਡੀ ਲੈ ਲਈ। ਬੜਾ ਖੁਸ਼ ਸੀ ਜਿਸ ਦਿਨ ਉਹ ਗੱਡੀ ਘਰ ਲੈ ਆਇਆ ਸੀ। ਉਸ ਦੇ ਮਾਪਿਆਂ ਅਤੇ ਭਰਾ ਭਰਜਾਈਆਂ ਨੇ ਦਿਲੋਂ ਖੁਸ਼ੀ ਮਨਾਈ ਸੀ। ਹੁਣ ਉਸ ਦੇ ਕਾਰੋਬਾਰ ਦਾ ਘੇਰਾ ਵਿਸ਼ਾਲ ਹੋ ਗਿਆ। ਦੂਰ ਦੁਰਾਡੇ ਸ਼ਹਿਰ ਅਤੇ ਭਾਰਤ ਦੇ ਕੋਨੇ-ਕੋਨੇ ਤੱਕ ਉਹ ਜਾ ਆਉਂਦਾ। ਖਾਸ ਕਰ ਦਿੱਲੀ ਏਅਰਪੋਰਟ ਨੂੰ ਤਾਂ ਉਸ ਦੇ ਗੇੜੇ ਲੱਗਦੇ ਹੀ ਰਹਿੰਦੇ। ਜੋ ਵੀ ਸਵਾਰੀ ਜਿੱਥੋਂ ਦੀ ਵੀ ਮਿਲਦੀ, ਉਹ ਕਦੇ ਕਿਸੇ ਨੂੰ ਇਨਕਾਰ ਨਾ ਕਰਦਾ। ਉਸ ਦੀ ਬੋਲਬਾਣੀ ਦਾ ਵੱਖਰੀ ਹੀ ਕਿਸਮ ਦਾ ਲਹਿਜਾ ਹਰ ਇੱਕ ਨੂੰ ਪ੍ਰਭਾਵਿਤ ਕਰਦਾ। ਉਸ ਦੇ ਚਿਹਰੇ 'ਤੇ ਮਾਸੂਮੀਅਤ ਜਿਹਾ ਭੋਲਾਪਨ ਜਾਦੂ ਦੀ ਤਰ੍ਹਾਂ ਦੂਜੇ ਨੂੰ ਕੀਲ ਲੈਂਦਾ। ਉਸ ਨੇ ਆਪਣੀ ਗੱਡੀ ਦੇ ਸਾਹਮਣੇ ਰਾਜਾ ਪੰਜਾਬੀ ਲਿਖਾ ਰੱਖਿਆ ਸੀ। ਜੋ ਵੀ ਦੇਸੀ ਜਾਂ ਵਿਦੇਸ਼ੀ ਸੈਲਾਨੀ ਜਾਂ ਆਮ ਨਾਗਰਿਕ ਇੱਕ ਵਾਰ ਇਸ ਗੱਡੀ ਵਿੱਚ ਉਸ ਨਾਲ ਸਫ਼ਰ ਕਰ ਲੈਂਦਾ, ਤਾਂ ਦੂਜੀ ਵਾਰ ਰਾਜਾ ਪੰਜਾਬੀ ਗੱਡੀ ਦੀ ਬੁਕਿੰਗ ਕਰਦਾ। ਇੰਜ ਦਿਲਰਾਜ ਦਾ ਕਾਰੋਬਾਰ ਪੂਰੇ ਜੋਬਨ ਤੇ ਠਾਠਾ ਮਾਰਨ ਲੱਗਾ।
ਉਹ ਆਪ ਵੀ ਬੜਾ ਸੁਨੱਖਾ ਗੱਭਰੂ ਹੋ ਨਿਕਲਿਆ ਸੀ। ਜਦੋਂ ਦੀਆਂ ਦਾੜੀ ਮੁੱਛਾਂ ਆਉਣ ਲੱਗੀਆਂ ਸਨ ਤਾਂ ਉਹ ਬਿਲਕੁਲ ਕਲੀਨ ਸ਼ੇਵ ਰਹਿਣ ਲੱਗਾ ਸੀ। ਉਸ ਦੇ ਚਿਹਰੇ ਵਿੱਚ ਉਹ ਖੂਬਸੂਰਤੀ ਸੀ ਕਿ ਅਗਰ ਮਹਾਭਾਰਤ ਵਰਗੀ ਕਹਾਣੀ 'ਤੇ ਕੋਈ ਨਾਟਕ ਖੇਡਿਆ ਜਾਏ ਤਾਂ ਫਿਲਮ ਬਣਾਈ ਜਾਏ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਰੋਲ ਉਸ ਨੂੰ ਹੀ ਮਿਲੇ। ਸਮਾਜ ਦੇ ਬਾਕੀ ਮੁੰਡਿਆਂ ਤੋਂ ਵੱਖਰਾ ਅਤੇ ਪਹਿਰਾਵਾ ਵੀ ਬਿਲਕੁਲ ਸਧਾਰਨ ਜਿਹਾ ਰੱਖਦਾ। ਗਰਮੀਆਂ ਸ਼ੁਰੂ ਹੁੰਦਿਆਂ ਹੀ ਜਿੱਥੇ ਬਾਕੀ ਗੱਡੀਆਂ ਟੈਕਸੀਆਂ ਵਾਲੇ ਵਿਹਲੇ ਘੁੰਮ ਰਹੇ ਸਨ, ਉੱਥੇ ਦਿਲਰਾਜ ਕੋਲ ਅੱਜ ਵੀ ਕੰਮ ਤੋਂ ਵਿਹਲ ਨਹੀਂ ਸੀ। ਸਵੇਰੇ ਹੀ ਉਹ ਦਿੱਲੀ ਤੋਂ ਆਇਆ ਸੀ ਅਤੇ ਸ਼ਾਮ ਨੂੰ ਅੰਮ੍ਰਿਤਸਰ ਦੀ ਬੁਕਿੰਗ ਸੀ। ਉਸ ਦੇ ਨੇੜੇ ਦੇ ਸ਼ਹਿਰ ਤੋਂ ਕਿਸੇ ਨੇ ਏਅਰਪੋਰਟ ਜਾਣਾ ਸੀ। ਉਹ ਆਉਂਦਾ ਹੀ ਥੱਕਿਆ ਹੋਣ ਕਰਕੇ ਮੂੰਹ ਹੱਥ ਧੋ ਕੇ ਸੌਂ ਗਿਆ। ਸ਼ਾਮ ਨੂੰ 4 ਵਜੇ ਉੱਠਿਆ। ਨਹਾ ਕੇ ਉਹ ਜਲਦੀ ਤਿਆਰ ਹੋ ਗਿਆ। ਰਸੋਈ ਵਿੱਚ ਜਾ ਕੇ ਕਾਹਲੀ ਨਾਲ ਖਾਣਾ ਖਾਧਾ ਅਤੇ ਚਾਹ ਦਾ ਕੱਪ ਫੜ ਬਾਹਰ ਆ ਗਿਆ। ਗੱਡੀ ਸਟਾਰਟ ਕਰ ਚਾਹ ਦੇ ਲੰਮੇ ਘੁੱਟ ਭਰਨ ਲੱਗਾ। ਫਿਰ ਘੁੰਮਦੇ ਨੇ ਗੱਡੀ ਦੇ ਟਾਇਰ ਚੈੱਕ ਕੀਤੇ ਅਤੇ ਕੱਪ ਇੱਕ ਪਾਸੇ ਰੱਖ ਗੱਡੀ ਵਿੱਚ ਬੈਠ ਗਿਆ। ਹੱਥ ਜੋੜ ਮੱਥਾ ਟੇਕ ਕੇ ਗੱਡੀ ਤੋਰ ਲਈ। ਕੁਝ ਹੀ ਮਿੰਟਾਂ ਵਿੱਚ ਉਹ ਸਵਾਰੀ ਦੇ ਘਰ ਪਹੁੰਚ ਗਿਆ। ਕੁਝ ਪਲ ਉਡੀਕ ਤੋਂ ਬਾਅਦ ਇੱਕ ਸਰਦਾਰ, ਉਸ ਦੀ ਘਰਵਾਲੀ ਅਤੇ ਬੱਚੇ ਹੱਥ ਵਿੱਚ ਬੈਗ ਪਕੜੀ ਗੱਡੀ ਵਿੱਚ ਆਣ ਬੈਠੇ। ਲੱਗਦਾ ਸੀ ਜਿਵੇਂ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਕਿਤੇ ਘੁੰਮਣ ਜਾ ਰਹੇ ਹੋਣ। ਗੱਡੀ ਹਵਾ ਨਾਲ ਗੱਲਾਂ ਕਰਦੀ ਅੰਮ੍ਰਿਤਸਰ ਆਣ ਪਹੁੰਚੀ। ਦਿਲਰਾਜ ਨੂੰ ਕਿਰਾਇਆ ਦੇ ਦਿੱਤਾ ਅਤੇ ਸਾਰਾ ਪਰਿਵਾਰ ਗੱਡੀ 'ਚੋਂ ਉਤਰ ਏਅਰਪੋਰਟ ਵੱਲ ਨੂੰ ਤੁਰ ਪਿਆ। ਦਿਲਰਾਜ ਨੇ ਸੋਚਿਆ ਕਿ ਇੱਥੋਂ ਖਾਲੀ ਵਾਪਸ ਜਾਣ ਨਾਲੋਂ ਅਗਰ ਕੋਈ ਸਵਾਰੀ ਮਿਲ ਜਾਵੇ ਗੇੜਾ ਵਿਅਰਥ ਨਹੀਂ ਜਾਵੇਗਾ। ਉਸ ਨੇ ਉੱਥੇ ਖੜੇ ਇੱਕ ਮੁਲਾਜ਼ਮ ਨੂੰ ਪੁੱਛਿਆ ਕਿ ਅਗਲੀ ਫਲਾਈਟ ਕਦੋਂ ਆਉਣ ਵਾਲੀ ਹੈ, ਤਾਂ ਪਤਾ ਲੱਗਿਆ ਕਿ ਰਾਤ 12 ਵਜੇ ਤੱਕ ਬੰਬੇ ਅਤੇ ਦਿੱਲੀ ਤੋਂ ਫਲਾਈਟਾਂ ਆਉਣੀਆਂ ਸਨ। ਉਸ ਨੇ ਘੜੀ 'ਤੇ ਟਾਈਮ ਦੇਖਿਆ ਤਾਂ ਅਜੇ 9:15 ਹੀ ਵੱਜੇ ਸਨ। ਮੌਸਮ ਥੋੜਾ ਠੰਡਾ ਹੋਣ ਲੱਗਾ ਸੀ। ਹਵਾ ਰੁਮਕ ਰਹੀ ਸੀ। ਉਸ ਨੇ ਉੱਪਰ ਵੱਲ ਦੇਖਿਆ ਤਾਂ ਬੱਦਲਵਾਈ ਹੋ ਰਹੀ ਸੀ। ਉਹ ਗੱਡੀ ਵਿੱਚ ਬੈਠ ਗਿਆ। ਘਰ ਤੋਂ ਲਿਆਂਦੀ ਰੋਟੀ ਕੱਢ ਕੇ ਖਾਧੀ ਅਤੇ ਸ਼ੀਸ਼ੇ ਖੋਲ੍ਹ ਲਏ। ਸਿਰ ਪਿੱਛੇ ਨੂੰ ਸਿੱਟ ਕੇ ਅੱਖਾਂ ਬੰਦ ਕਰ ਲਈਆਂ। ਉਣੀਂਦਾ ਹੋਣ ਕਰਕੇ ਨੀਂਦ ਜ਼ੋਰ ਪਾਉਣ ਲੱਗੀ। ਤੇਜ਼ ਹਵਾ ਚੱਲਣੀ ਸ਼ੁਰੂ ਹੋ ਗਈ। ਹਵਾ ਦੇ ਝੋਂਕਿਆਂ ਨੇ ਪਤਾ ਨਹੀਂ ਕਦੋਂ ਉਸ ਨੂੰ ਗੂੜੀ ਨੀਂਦ ਸੁਲਾ ਦਿੱਤਾ। ਠੱਕ ਦੀ ਆਵਾਜ਼ ਨੇ ਉਸ ਨੂੰ ਨੀਂਦ ਚੋਂ ਜਗਾਇਆ। ਉਸ ਨੇ ਉੱਠ ਕੇ ਆਲਾ ਦੁਆਲਾ ਦੇਖਿਆ। ਬਾਹਰ ਬਾਰਿਸ਼ ਸ਼ੁਰੂ ਹੋ ਗਈ ਸੀ। ਕੋਈ ਛਤਰੀ ਤਾਣੀ ਖੜਾ ਸੱਜਣ ਉਸ ਨੂੰ ਜਾਣ ਲਈ ਪੁੱਛ ਰਿਹਾ ਸੀ। ਉਸ ਨੇ ਅੱਖਾਂ ਮਲਦਿਆਂ ਪੁੱਛਿਆ, ਕਿੱਥੇ ਚੱਲਣਾ ਹੈ ਸਾਹਿਬ? ਅੱਗੋਂ ਭਾਰੀ ਆਵਾਜ਼ ਜਿਹੀ ਵਿੱਚ ਕੋਈ ਬੋਲਿਆ, यहाँ किसी अच्छे होटल ठीक है ले चलते हैं। ਉਹ ਰਣਵੀ ਹਿੰਦੀ ਪੰਜਾਬੀ ਭਾਸ਼ਾ ਵਿੱਚ ਪੁੱਛਣ ਲੱਗਾ, कितनी सवारी है जनाब? बस मैं और मेरी बीवी। ਅੱਗੋਂ ਭਾਰੀ ਆਵਾਜ਼ ਨੇ ਜਵਾਬ ਦਿੱਤਾ। ਠੀਕ ਹੈ ਆ ਜਾਓ। ਕਹਿੰਦਿਆਂ ਦਿਲਰਾਜ ਨੇ ਗੱਡੀ ਦੀ ਤਾਕੀ ਖੋਲ੍ਹ ਦਿੱਤੀ। ਰੁਕੋ ਕਹਿ ਕੇ ਇਹ ਅਧਖੜ ਉਮਰ ਦਾ ਸੇਠ ਅੰਦਰ ਗਿਆ ਅਤੇ ਆਪਣੀ ਘਰਵਾਲੀ ਨਾਲ ਅਤੇ ਸਾਰਾ ਸਮਾਨ ਚੱਕੀ ਆ ਗਿਆ। ਸਮਾਨ ਪਿੱਛੇ ਡਿੱਗੀ ਵਿੱਚ ਰੱਖ ਕੇ ਆਪ ਉਹ ਵਿਚਕਾਰ ਵਾਲੀ ਸੀਟ 'ਤੇ ਬੈਠ ਗਏ। ਦਿਲਰਾਜ ਨੇ ਗੱਡੀ ਸਟਾਰਟ ਕਰਕੇ ਸੜਕ 'ਤੇ ਪਾ ਲਈ ਅਤੇ ਪੁੱਛਿਆ, ਤੁਸੀਂ ਜਾਣਾ ਕੌਣ ਸੇ ਹੋਟਲ ਕੋ ਹੈ? ਅੱਗੋਂ ਸੇਠ ਥੋੜਾ ਹੱਸਦਾ ਹੋਇਆ ਬੋਲਿਆ, हमें तो पता नहीं, पहली बार घूमने आए हैं। आप तो पंजाबी हो, जानते होंगे, किसी अच्छे से होटल ले चलो।
ਦਿਲਰਾਜ ਨੇ ਸੋਚਿਆ ਕਿ ਇਹ ਆਦਮੀ ਕਾਫੀ ਪੈਸਿਆਂ ਵਾਲਾ ਲੱਗਦਾ ਹੈ ਜੋ ਜਹਾਜ਼ ਵਿੱਚ ਇੱਥੇ ਆਇਆ ਹੈ। ਇਸ ਲਈ ਉਹ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਵੱਲ ਨੂੰ ਤੁਰ ਪਿਆ। रस्ते ਵਿੱਚ सेठ ने फिर पूछा, यहाँ गोल्डन टेम्पल के अलावा और क्या क्या है देखने लायक? ਦਿਲਰਾਜ ਨੇ ਸ਼ੀਸ਼ੇ ਵਿੱਚੋਂ ਸੇਠ ਵੱਲ ਵੇਖਿਆ ਅਤੇ ਫਿਰ ਸਟੀਅਰਿੰਗ ਤੇ ਹੱਥ ਧਰੀ ਸਾਹਮਣੇ ਰੋਡ ਤੇ ਨਿਗਾਹ ਟਿਕਾ ਕੇ ਬੋਲਿਆ, वैसे मैं गड्डी चलाता घट वध ही बोलता हूँ। आपने पूछा है तो बताना ही पड़ेगा। गोल्डन टेम्पल नहीं, हरिमंदर साहिब बोलिए सेठ जी। वो रब का घर है और जलियांवाला बाग है, दुर्गाना मंदिर है, लव कुश का मंदिर है, वाघा बॉर्डर है और यहाँ के पकौड़े भी खा के देखना साहिब, आप ज़िंदगी भर नहीं भूलेंगे। ਅਤੇ ਜਲੇਬੀ का तो जवाब ही नहीं। ਸੇਠ ਦੀ ਘਰਵਾਲੀ ਨੂੰ ਦਿਲਰਾਜ ਗੱਲਾਂ ਕਰਦਾ ਬੜਾ ਪਿਆਰਾ ਲੱਗਾ। ਜਦ ਦਿਲਰਾਜ ਚੁੱਪ ਹੋ ਗਿਆ ਤਾਂ ਅੱਗੋਂ ਉਸ ਤੋਂ ਹੋਰ ਸੁਣਨ ਦੀ ਮਾਰੀ ਪੁੱਛਣ ਲੱਗੀ, बस इतना कुछ ही है आपके पंजाब में? ਅੱਗੇ ਦਿਲਰਾਜ ਫਿਰ ਕਹਿਣ ਲੱਗਾ, नहीं बीबी जी, पंजाब ਵਿੱਚ ਤਾਂ बहुत कुछ है। ये तो मैंने कल्ले अमृतसर की बात की है। सेठ जी ने यहाँ के बारे में पूछा था तो मैं समझा अमृतसर में ही पूछ रहे हैं। कहंदियां वो हसन लगा ते फिर पूछया, वैसे सेठ जी तुसी सच्ची सारा पंजाब घूमण आए हो? सारा मरना दीदा नहीं टल्ली होया फिरदा? नहीं सेठ जी, आपको नहीं कह रहा। आप बाहर है कोई शराबी अद्धी रात को घूम रहा है। गड्डी दे मूहरे आन लगा था सेठ जी, और रहा अपना होटल। दिलराज ने गड्डी होटल दे मूहरे लाई। सेठ दी घरवाली दिलराज तो बहुत प्रभावित हुई। सेठ दा भी सारा सफ़र हसदियां लंघिया। कणियां हाले भी पै रहीआं सन। सेठ ने सारा समान इकट्ठा किया ਅਤੇ ਗੱਡੀ ਦੀ ਬਾਰੀ ਖੋਲਦਿਆਂ ਬੋਲਿਆ, वैसे तुमने अपना नाम नहीं बताया बेटा? दिलराज मुस्कुरांदा बोलिया, सेठ जी नाम तो दिलराज है पर सभी राजा कह के ही बुलाते हैं। आ देखो गड्डी दे मूहरे लिखा है राजा पंजाबी। कहंदियां दिलराज ने गड्डी दे मूहरे लिखे अखरां वाल इशारा किया तां अगों सेठ फिर बोलिया, ओ अच्छा, ये ऐसा लिखा है, हमें पंजाबी नहीं आती ना। वैसे दिलराज कितने पैसे हुए हमारे किराए के? अगों दिलराज ने फिर हंसदियां जवाब दिता, क्या सेठ जी बेटा भी कहते हो और पैसे भी पूछते हो? वाधू थोड़ी लेने हैं आपसे, बस डीजल का 100 रुपया दे दो। क्या करे सेठ जी, डीजल बहुत महंगा हो गया है, वरना इन्ने क झूठे तो वैसे ही आपको दे देते। सेठ दी घरवाली फिर हसे बिना ना रह सकी। उन्हां समान चक के होटल दे बरामदे विच रखिया। फिर सेठ ने घरवाली नाल कोई सलाह की जो दिलराज नूं दूर होण करके सुनाई ना दिती। वो उत्थों ही फिर बोलिया, रहन दो सेठ जी, जे खुले है नहीं गए। आप तो ऐसे सलाह करन लग पे जिवें मैं 1000 मंग लिया होवे। अगों सेठ उस वल आंदा बोलिया, ओ नहीं नहीं बेटा, वो बात नहीं है। दरअसल हम आपको एक दिन के लिए बुक करना चाहते हैं। एक दिन? 1 महीने के लिए? क्या आप तैयार हो? कितने पैसे लोगे? सुन के दिलराज के चेहरे ते मुस्कान आ गई अते गड्डी तो बाहर निकलदा बोलिया, लेना क्या है सेठ जी, 500-600 दिहाड़ी दे दियो, बाकी डीजल आपका। अगों सेठ ने जेब विचों 1000 रुपए कढ़ के उस दे हाथ फड़ाउंदिया कहा, हम आपको 1000 रुपए एक दिन के हिसाब से देंगे, डीजल भी हमारा और तुम्हारा खाना और रहने का इंतज़ाम भी हमारा। अगर कोई और टैक्स वगैरह होगा तो वो भी देंगे। वैसे ये दिहाड़ी क्या होती है? सुन के दिलराज खुश होंदियां बोलिया, ठीक है, मंजूर है सेठ जी,
हमारी दिहाड़ी नू छड्डो, आपके एक दिन का हिसाब ही ठीक है। बात पक्की हो गई। बता देना कल सुबह कहाँ चलना है, मैं यहाँ गड्डी विच ही सौ लेता हूँ। सेठ ने फिर मुस्कुरा के कहा, नहीं बेटा, तुम भी होटल में ही रहोगे। तुम्हारा कमरा बुक कर दिया गया और खाना भी आपको वहीं से मिलेगा। गाड़ी को लॉक करो और हमारा सामान लेकर चलो। ਦਰਾਜ ਨੂੰ ਹੋਰ ਕੀ ਚਾਹੀਦਾ ਸੀ। ਉਸਨੇ ਗੱਡੀ ਉੱਥੇ ਹੀ ਲੌਕ ਕਰ ਦਿੱਤੀ ਅਤੇ ਸਮਾਨ ਚੁੱਕ ਕੇ ਉਹਨਾਂ ਦੇ ਮਗਰ ਚੱਲ ਪਿਆ। ਇਸ ਤੋਂ ਬਾਅਦ ਕਹਾਣੀ ਦਾ ਬਾਕੀ ਹਿੱਸਾ ਅਗਲੇ ਐਪੀਸੋਡ ਦੇ ਵਿੱਚ। ਥੈਂਕ ਯੂ।